हेलो एवरीवन, आप सभी का स्वागत है आपके खुद के चैनल पीएससीबी एमिनेंस हब ਦੇ ਉੱਤੇ। ਤਾਂ ਲਾਸਟ ਵੀਡੀਓ ਦੇ ਵਿੱਚ ਆਪਾਂ ਕੀਤੇ ਸੀਗੇ ਕੰਪਿਊਟਰ ਸਾਇੰਸ ਦੇ ਇੰਪੋਰਟੈਂਟ ਕੁਐਸਚਨਸ ਐਂਡ ਜਿਹੜੇ ਮੈਂ ਇੰਪੋਰਟੈਂਟ ਕੁਐਸਚਨ ਕਰਵਾਏ ਸੀ ਉਹਨਾਂ ਵਿੱਚੋਂ ਬਾਵਾ ਸਾਰੇ ਕੁਐਸਚਨਸ ਆਪਾਂ ਨੂੰ 6 ਮਾਰਕਸ ਦੇ ਵਿੱਚ ਦੇਖਣ ਨੂੰ ਮਿਲੇ ਹੈ। ਦੂਜੀ ਗੱਲ, ਜਿਹੜੇ ਮੈਂ ਟੈਲੀਗ੍ਰਾਮ ਦੇ ਵਿੱਚ ਨੋਟਸ ਸ਼ੇਅਰ ਕੀਤੇ ਸੀ ਕੁਐਸਚਨਸ ਦੇ, ਉਹਨਾਂ ਦੇ ਵਿੱਚੋਂ ਹੀ ਸਾਰਾ ਕੁਐਸਚਨ ਪੇਪਰ ਬਣ ਗਿਆ ਹੈ। ਸਾਰਾ ਜੇ ਤੁਸੀਂ ਮਿਲਾਓਗੇ ਨਾ ਤਾਂ ਸਾਰਾ ਕੁਐਸਚਨ ਪੇਪਰ ਉਹ ਚੋਂ ਬਣ ਕੇ ਆਇਆ। ਹੁਣ ਕੈਮਿਸਟਰੀ ਦੇ ਪੇਪਰ ਹੋ ਗਿਆ, ਫਿਜ਼ਿਕਸ ਦਾ ਹੋ ਗਿਆ, ਨਾਨ ਮੈਡੀਕਲ ਵਾਲਾ ਦਾ ਮੈਥਸ ਦਾ ਹੋ ਗਿਆ। ਰਹਿ ਕਾ ਗਿਆ ਬਾਇਓ ਦਾ। ਬਾਇਓ ਦੇ ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਚੈਪਟਰ ਹੀ ਦੱਸਦਾ ਆਪਣੇ ਕੋਲ ਮੋਸਟ ਇੰਪੋਰਟੈਂਟ ਕੁਐਸਚਨਸ ਦਊਂਗਾ ਜਿਨ੍ਹਾਂ ਦੇ ਪੇਪਰ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਹੈ। 99% ਤੋਂ ਵੀ ਜ਼ਿਆਦਾ ਚਾਂਸਸ ਹੈ ਇਹਨਾਂ ਕੁਐਸਚਨ ਦੇ ਤੁਹਾਨੂੰ ਪੇਪਰ 'ਚ ਦਿਖਣ ਦੇ। ਦੂਸਰੀ ਗੱਲ ਮੈਂ ਕਲੀਅਰ ਕਰਦਾ, ਜੇ ਮੰਨ ਲਓ ਇਹ ਕੁਐਸਚਨਸ ਦੇ ਵਿੱਚੋਂ ਕੁਝ ਕੁਐਸਚਨਸ ਨਹੀਂ ਪੇਪਰ ਦੇ ਵਿੱਚ ਆਏ ਤਾਂ ਮੈਂ ਗਾਰੰਟੀ ਦੇ ਰਿਹਾ ਤੁਹਾਡੇ ਜਿਹੜੇ ਫਾਈਨਲ ਐਗਜ਼ਾਮ ਹੋਊਗਾ, ਅੱਗੇ ਜਿਹੜੇ ਬਾਈ ਮੰਥਲੀਜ਼ ਹੋਣਗੇ ਐਂਡ ਜਿਹੜੇ ਤੁਸੀਂ ਕੁਝ ਸਕੂਲ 'ਚ ਪ੍ਰੀ ਬੋਰਡਸ ਹੁੰਦੇ +1 ਵਾਲਿਆਂ ਦੇ, ਉਹਨਾਂ ਵਿੱਚ ਇਹ ਕੁਐਸਚਨਸ ਪੱਕਾ ਆਣਗੇ ਹੀ ਆਣਗੇ। ਤਾਂ ਹੁਣ ਆਪਾਂ ਇੰਪੋਰਟੈਂਟ ਕੁਐਸਚਨ ਸਟਾਰਟ ਕਰਨ ਲੱਗੇ ਆ। ਇਹ ਤੋਂ ਪਹਿਲਾਂ ਸਾਰੇ ਜਣੇ ਕਮੈਂਟ ਕਰ ਦਿਓ ਪਾਰਟ 2 ਵੀ, ਤਾਂ ਕਿ ਮੈਂ ਤੁਹਾਡੇ ਵਾਸਤੇ ਪਾਰਟ 2 ਵੀ ਜਲਦ ਤੋਂ ਜਲਦ ਬਣਾ ਕੇ ਲਿਆਵਾਂ। ਦੂਜੀ ਗੱਲ, ਸਾਰੇ ਬੱਚੇ ਕੀ ਸਬਸਕ੍ਰਾਈਬ ਕਰ ਲਓ ਤੁਹਾਡਾ ਆਪ ਦਾ ਚੈਨਲ ਹੈ। इंपॉर्टेंट क्वेश्चन ਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਇਆ ਹੈ ਚੈਪਟਰ 1 ਦਾ ਮੋਸਟ ਇੰਪੋਰਟੈਂਟ ਕੁਐਸਚਨਸ। ਠੀਕ ਹੈ ਜੀ, ਸਭ ਤੋਂ ਫਸਟ ਕੁਐਸਚਨ ਆ ਜਾਂਦਾ ਹੈ ਵਾਈ ਆਰ ਲਿਵਿੰਗ ਆਰਗੈਨਿਜ਼ਮਸ ਕਲਾਸੀਫਾਈਡ। ਤਾਂ ਸਭ ਤੋਂ ਪਹਿਲਾ ਇੰਪੋਰਟੈਂਟ ਕੁਐਸਚਨ ਚੈਪਟਰ 1 ਦਾ ਆਉਂਦਾ ਹੈ ਵਾਈ ਆਰ ਲਿਵਿੰਗ ਆਰਗੈਨਿਜ਼ਮਸ ਕਲਾਸੀਫਾਈਡ। ਸਮਝ ਗਏ? ਜਿਹੜੇ ਸਾਰੇ ਕੁਐਸਚਨਸ ਹੈ ਤੁਸੀਂ ਕੀ ਕਰਨਾ ਹੈ, ਜਦੋਂ ਬਾਇਓ ਦਾ ਐਗਜ਼ਾਮ ਹੈ ਉਸ ਤੋਂ ਪਹਿਲਾਂ ਆ ਸਾਰੇ ਕੁਐਸਚਨਸ ਪੜ੍ਹ ਕੇ ਜਾਣੇ ਹੈ। ਠੀਕ ਹੈ ਜੀ, ਤੇ ਟੈਲੀਗ੍ਰਾਮ ਦੇ ਉੱਤੇ ਸਾਰੇ ਕੁਐਸਚਨਾਂ ਦੀ ਫੋਟੋਜ਼ ਮਿਲ ਜਾਣਗੇ, ਟੈਨਸ਼ਨ ਨਾ ਲਓ। ਠੀਕ ਹੈ, ਸਾਰੇ ਜਣੇ ਟੈਲੀਗ੍ਰਾਮ ਵੀ ਜੁਆਇਨ ਕਰ ਲਿਓ। दूसरा क्वेश्चन आया है why are classification system changing every now and then। ठीक है जी, आपने दो क्वेश्चन है। सब तो पहला ये सारे मैं ਤੁਹਾਨੂੰ 2 मार्क्स 3 मार्क्स 5 मार्क्स सब से प्रिपेयर करवा रहा हूं। तीसरा क्वेश्चन एमसीक्यू बन सकता है इस क्वेश्चन उत्ते give the scientific name of mango। मैंगो ਦਾ ਆਪਾਂ साइंटिफिक नेम ਦੱਸਣਾ है। ठीक है जी, दो ऑप्शनां ਦਿੱਤੀਆਂ ਹੋਣਗੀਆਂ, वैसे ਇਹਦਾ आंसर बी ऑप्शन है। ठीक है जी, जिदा ਆਪਾਂ ਗੱਲ ਕਰੀਏ ਚੌਥੇ क्वेश्चन ਦੀ define a taxon, give some examples of taxa at different hierarchical levels। ਆਪਾਂ taxon ਨੂੰ ਸਭ ਤੋਂ ਪਹਿਲਾਂ ਡਿਫਾਈਨ ਕਰਨਾ ਹੈ, ਫਿਰ ਆਪਾਂ ਉਹਦੀ ਐਗਜ਼ਾਮਪਲਸ ਦੇਣੀ ਹੈ taxa ਦੀ। ਕਿਹੜੀ ਐਗਜ਼ਾਮਪਲਸ ਦੇਣੀ ਹੈ? at different hierarchical levels, different levels ਉੱਤੇ ਆਪਾਂ taxa ਦੀ ਐਗਜ਼ਾਮਪਲਸ ਦੇਣੀ ਹੈ। ਚੌਥਾ क्वेश्चन ਆਹ ਇੰਪੋਰਟੈਂਟ ਹੈ। ਫਿਫਥ क्वेश्चन ਅਗੇਨ ਇੱਕ ਐਮਸੀਕਿਊ ਆ ਜਾਂਦਾ ਹੈ, can you identify the correct sequence of taxonomical categories। ਤਿੰਨ ਕੈਟਾਗਰੀਜ਼ ਹੈ। ਇਹ क्वेश्चन ਤੁਹਾਨੂੰ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਹੈ। तो एक क्वेश्चन भी एक बार करके जाओ, एनसीईआरटी बुक खोलोगे तो एक्सरसाइज क्वेश्चंस तो पहले वाले पेज पे ਇਹਦਾ आंसर ਤੁਹਾਨੂੰ ਮਿਲ ਜਾਊਗਾ। फिर आ ਜਾਂਦਾ ਆਪਣੇ ਕੋਲ 6th क्वेश्चन डिफाइन एंड अंडरस्टैंड। ਆਪਾਂ फिलियम, क्लास, फैमिली, ऑर्डर एंड जीनस। ठीक है जी, डिफाइन ਉੱਤੇ क्वेश्चन पक्का ਆਊਗਾ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ क्वेश्चन ਹੈ, ਇਹਨੂੰ ਵੀ ਮਾਰਕ ਕਰ ਲਓ ਸਾਰੇ ਜਣੇ। डिफाइन फिजिक्स एक जे ਤੁਹਾਡੇ ਕੋਲ ਕੈਮਿਸਟਰੀ ਹੈ ਤੇ ਆਪਣੇ ਕੋਲ ਬਾਇਓ ਹੈ। ਕੈਮਿਸਟਰੀ ਤੇ ਬਾਇਓ ਹੀ ਇੱਕ ਇਹੋ ਜਿਹਾ ਸਬਜੈਕਟ ਹੈ ਜਿੱਥੇ ਡੈਫੀਨੇਸ਼ਨਸ ਪੁੱਛੀਆਂ ਜਾਂਦੀਆਂ। ਤਾਂ ਆਹ ਪੰਜੋ ਡੈਫੀਨੇਸ਼ਨ ਸਾਰੇ ਜਣੇ ਕਰਕੇ ਜਾਓ, ਪੱਕਾ ਕੁਐਸਚਨ ਆਊਗਾ ਹੀ ਆਊਗਾ। ਮੈਂ ਇਹਦੇ ਵਾਸਤੇ ਤਾਂ 100% ਸ਼ੋਰ ਆ, ਤਾਂ ਪੜ੍ਹ ਕੇ ਜ਼ਰੂਰ ਜਾਓ डिफाइन वाला। फिर 7th क्वेश्चन आ जाता है illustrate the taxonomical hierarchy with suitable example of plant and animal। ਆਪਾਂ ਕੁਝ taxonomical hierarchy डिस्कस करनी है किन्ना दी, एक ਤਾਂ illustrate ਉਹਨਾਂ ਨੂੰ ਐਕਸਪਲੇਨ ਕਰਨਾ ਹੈ ਤੇ ਨਾਲ ਆਪਾਂ ਐਗਜ਼ਾਮਪਲ ਦੇਣੀ ਹੈ ਪਲਾਂਟ ਤੇ ਐਨੀਮਲਸ ਦੀ। ਇਹ ਕੁਝ 7 ਇੰਪੋਰਟੈਂਟ ਕੁਐਸਚਨਸ ਹੈ ਚੈਪਟਰ 1 ਚੋਂ। ਇਹ ਤੋਂ ਜੇ ਗੱਲ ਕਰੀਏ क्वेश्चन नंबर 3 ਤੇ क्वेश्चन नंबर 5 ਦੀ, ਇਹ ਦੋਨੋਂ ਤਾਂ ਐਮਸੀਕਿਊ ਹੋ ਗਏ। ਤਾਂ ਇਟ ਮੀਨਸ ਚੈਪਟਰ 1 ਚੋਂ 5 ਇੰਪੋਰਟੈਂਟ ਕੁਐਸਚਨਸ ਮੈਂ ਤੁਹਾਨੂੰ ਇੱਥੇ ਦੱਸਦੇ। ਪੰਜੋ ਇੰਪੋਰਟੈਂਟ ਕੁਐਸਚਨਸ ਚੈਪਟਰ ਪੜਨ ਤੋਂ ਬਾਅਦ ਆਪਾਂ ਤੁਸੀਂ ਪੜ੍ਹਨੇ ਇੱਕ ਵਾਰ ਤੇ ਆਪ ਇਹਨਾਂ ਦੇ ਆਨਸਰਸ ਆਪ ਫਾਈਂਡ ਕਰਨੇ ਤੁਸੀਂ। ਠੀਕ ਹੈ ਜੀ, ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਮੈਂ ਕੁਐਸਚਨਸ ਦੀ ਪੀਡੀਐਫ ਪ੍ਰੋਵਾਈਡ ਕਰ ਦੂੰਗਾ। ਤੇ ਹੁਣ ਆਪਾਂ ਕਰਦੇ ਆਪਣੇ ਚੈਪਟਰ 2 ਦੇ ਇੰਪੋਰਟੈਂਟ ਕੁਐਸਚਨਸ। ਹੁਣ ਆਪਾਂ ਜੇ ਚੈਪਟਰ 2 ਬਾਇਓ ਦੇ ਇੰਪੋਰਟੈਂਟ ਕੁਐਸਚਨਸ ਚੈੱਕ ਕਰੀਏ ਤਾਂ ਸਭ ਤੋਂ ਪਹਿਲਾ ਕੁਐਸਚਨ ਆ ਜਾਂਦਾ ਹੈ ਸਟੇਟ 2 ਇਕਨੋਮਿਕ ਇੰਪੋਰਟੈਂਟ ਯੂਜ਼ਸ ਆਫ ਹੈਟਰੋਟ੍ਰੋਪਿਕ ਬੈਕਟੀਰੀਆ ਤੇ ਆਰਕਾਈਵ ਬੈਕਟੀਰੀਆ। ਤਾਂ ਇਹਨਾਂ ਦੇ ਇੰਪੋਰਟੈਂਟ ਯੂਜ਼ਸ ਉੱਤੇ ਆ ਸਕਦਾ ਹੈ, ਜੋ ਕਿ ਹੋਊਗਾ ਜਾਂ ਤਾਂ ਹੈਟਰੋਟ੍ਰੋਪਿਕਲ ਬੈਕਟੀਰੀਆ ਉੱਤੇ ਜਾਂ ਫਿਰ ਆਰਕਾਈਵ ਬੈਕਟੀਰੀਆ ਉੱਤੇ। ਸੈਕੰਡ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ व्हाट इज नेचर ऑफ सेल वॉल्स इन डाई एटम्स। ਸੈਕੰਡ ਕੁਐਸਚਨ ਆ ਬਣ ਸਕਦਾ ਹੈ ਕਿ ਡਾਈ ਐਟਮਸ ਦੇ ਵਿੱਚ ਜਿਹੜੀ ਸੈਲ ਵਾਲ ਹੁੰਦੀ ਹੈ ਉਹਦਾ ਨੇਚਰ ਕਿਹੋ ਜਿਹਾ ਹੁੰਦਾ ਹੈ। ਠੀਕ ਹੈ ਜੀ। ਥਰਡ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ ਫਾਈਂਡ ਆਊਟ what do the terms algal bloom and red tides signify। थर्ड क्वेश्चन अपने ये बन सकता है ਜਿਹੜੀ ਐਲਗਲ ਬਲੂਮ ਹੈ ਤੇ ਰੈਡ ਟਾਈਡਸ ਟਰਮਸ ਹੈ ਇਹ ਕੀ ਆਪਾਂ ਨੂੰ ਦੱਸਦੀਆਂ ਨੇ। ਇਹਦੇ ਉੱਤੇ ਇੱਕ ਕੁਐਸਚਨ ਬਣ ਸਕਦਾ ਹੈ।
चौथा क्वेश्चन है हाउ आर वायरॉइड्स डिफरेंट फ्रॉम वायरसेस। चौथा क्वेश्चन अपना आ सकता है वायरॉइड्स किवें डिफरेंट होंगे वायरसेस तो। ये क्वेश्चन के आने के बहुत ज़्यादा चांसेस है, क्यों? सब तो पहला तो डिफरेंस वाला क्वेश्चन है, ठीक है जी। डिफरेंस लिखांगे आप वायरॉइड्स ते वायरसेस का, तो ये डिफरेंस करके आने के चांसेस 99% तो भी ज़्यादा है। इनू तो जरूर करके जाना सबके। फिफ्थ क्वेश्चन आ जाता है व्हाट डू द टर्म्स फाइकोबियोट एंड माइकोबियोट सिग्निफाई। फिफ्थ क्वेश्चन अपने ये बन सकता है जी फाइकोबियोट टर्म है तो माइकोबियोट टर्म है ये अपन की दसदियां ने। तो ये क्वेश्चन भी सबने जरूर करके जाना है व्हाट डू द टर्म्स फाइकोबियोट एंड माइकोबियोट सिग्निफाई। ये सी अपने चैप्टर 2 के मोस्ट इंपॉर्टेंट क्वेश्चंस सितंबर एग्जाम वास्ते। केड़े एग्जाम वास्ते? सितंबर एग्जाम वास्ते। हुण आपां करदे अपने चैप्टर 3 दे इंपॉर्टेंट क्वेश्चंस। चैप्टर 3 बायो दे जे आपां इंपॉर्टेंट क्वेश्चंस की गल करिए तो सब तो पहला क्वेश्चन ही आ जाता है व्हाट इज द बेसिस ऑफ क्लासिफिकेशन ऑफ एल्गाई। एल्गाई की आपां क्लासिफिकेशन बारे दसना है। फर्स्ट इंपॉर्टेंट क्वेश्चन ये है पेपर वास्ते। दूसरा इंपॉर्टेंट क्वेश्चन है राइट अ नोट ऑन इकोनॉमिक इंपॉर्टेंस ऑफ एल्गाई एंड जिम्नोस्पर्म्स। तो जी मैं गल करना चैप्टर 2 दे इंपॉर्टेंट टॉपिक्स एक एल्गाई का इंपॉर्टेंट टॉपिक बन जाता है, एक जिम्नोस्पर्म्स उत्ते क्वेश्चन बनूगा ही बनूगा। तो प्लीज सारे बढ़िया पढ़ के जाओ। क्वेश्चन नंबर 3 आ जाता है व्हाट इज हेटेरोस्पोरी ब्रीफली कमेंट ऑन इट्स सिग्निफिकेंस। कि ਆਪਾਂ ਇਹਦੀ दो एग्जांपल्स भी देनी है। ताकि बनता अपना क्वेश्चन नंबर 3। क्वेश्चन नंबर 3 बोलता है व्हाट इज हेटेरोस्पोरी। सब तो पहले तो ਤੁਸੀਂ ਆਏ ਦੱਸਣਾ ਹੈ हेटेरोस्पोरी ਹੁੰਦੀ ਕੀ ਹੈ, ਫਿਰ ਤੁਸੀਂ ਉਹਦੇ ਉੱਤੇ ਉਹਦੀ ਸਿਗਨੀਫੀਕੈਂਸ ਦੇ ਬਾਰੇ ਦੱਸਣਾਗਾ ਵੀ ਇਹ ਕਿਵੇਂ ਬਣਦਾਗਾ, ਉਹਦੀ ਸਿਗਨੀਫੀਕੈਂਸ ਬਾਰੇ ਦੱਸਣਾ ਆਪਾਂ, ਫਿਰ ਆਪਾਂ ਉਹਦੀ ਦੋ ਐਗਜ਼ਾਮਪਲਾਂ ਵੀ ਦੇਣੀਆਂ, ਠੀਕ ਹੈ ਜੀ। क्वेश्चन नंबर 3 ਆਹ ਹੈ। क्वेश्चन नंबर 4 आ जाता है डिस्क्राइब द इंपॉर्टेंट कैरेक्टरिस्टिक्स ऑफ जिम्नोस्पर्म्स। जिम्नोस्पर्म्स दे आपां कैरेक्टर्स बारे गल करनी है, ये अपना क्वेश्चन नंबर 4 है। चारों इंपॉर्टेंट क्वेश्चन समझ आए तो जे आपां कंक्लूजन कढीए तो जिहड़ा आपका चैप्टर 3 है ਉਹਦੇ मोस्ट इंपॉर्टेंट टॉपिक है एक तो एल्गाई, दूसरा है जिम्नोस्पर्म्स। की है जिम्नोस्पर्म्स, ठीक है जी। आप जरूर पढ़ के जाने तुसी सारे इंपॉर्टेंट क्वेश्चन इन्हां विचों ही ਤੁਹਾਡਾ बायो ਦਾ पेपर बनूगा। चलो हुण आपां देखते हैं अपने चैप्टर 4 दे। हुण जी आपां अगे क्वेश्चंस देखिए चैप्टर 4 जो कि एनिमल किंगडम। तो काफी बड़ा चैप्टर है, इंटरेस्टिंग चैप्टर है भी। तो सब तो पहला क्वेश्चन आएगा हाउ यूजफुल इज द स्टडी ऑफ द नेचर ऑफ द बॉडी कैविटी कोलियम इन द क्लासिफिकेशन ऑफ एनिमल्स। तो सब तो फर्स्ट इंपॉर्टेंट क्वेश्चन होता है हाउ यूजफुल इज द स्टडी ऑफ नेचर ऑफ द बॉडी कैविटी कोलियम इन द क्लासिफिकेशन ऑफ एनिमल्स। आह उस तो बाद डिस्टिंग्विश बिटवीन इंट्रासेलुलर एंड एक्स्ट्रासेलुलर डाइजेशन। डिफरेंस है विच मैं फिर बोल रहा क्वेश्चन बनने के चांसेस बहुत ज्यादा है, तो डिफरेंस सारे करके जाने हैं। फिर आ जाता है व्हाट इज द डिफरेंस बिटवीन डायरेक्ट एंड इनडायरेक्ट डेवलपमेंट। क्वेश्चन नंबर 3 आ जाता है व्हाट इज द डिफरेंस बिटवीन डायरेक्ट एंड इनडायरेक्ट डेवलपमेंट। क्वेश्चन नंबर 4 एक एमसीक्यू है, तो एमसीक्यूज भी विच में करवा रहा। वाटर वस्कुलर सिस्टम इज द कैरेक्टरिस्टिक ऑफ विच ग्रुप ऑफ द फॉलोइंग। तो ये ऑप्शन आनी सी सी एज द राइट आंसर। क्वेश्चन नंबर 5 ऑल vertebrates are chordates but all chordates are not vertebrates. Justify the statement। आज statement justify करनी है। How important is the presence of air bladder in pieces? ये भी important question है। What are the modifications that are observed which help the birds to fly? Question number 7 किया what are the modifications that are observed which help the birds to fly? Question number 8 आ जाता है MCQ आ जाता है signification in the body is the first observed in which of the following। signification in the body किदे विच सब तो पहला ऑब्जर्व होंदी है, तो ਇਹਦਾ भी सही आंसर आना है सी ऑप्शन। आई होप तुसी सारे जने आ इंपॉर्टेंट क्वेश्चंस कर लोगे, प्रिपेयर करके जाना है सितंबर पेपर वास्ते। इतना क्वेश्चंस जो ही पेपर बनूंगा मैं दोबारा बोल रहा, तो सारे क्वेश्चंस एक बार जरूर पढ़ के जाना है हर एक दिन। हुण आपां करदे हां चैप्टर 5 दे इंपॉर्टेंट क्वेश्चंस। चैप्टर 5 दा जे सब तो फर्स्ट इंपॉर्टेंट क्वेश्चन की आपां गल करिए तो वो बनदा हाउ इज स्पिनेटली कंपाउंड लीफ डिफरेंट फ्रॉम पाल्मेटली कंपाउंड लीफ। इस ਇਹਦੇ आने में ज्यादा चांसेस है बिकॉज ये डिफरेंस ਦੇ ਵਿੱਚ ਆ ਜਾਂਦਾ ਹੈ, ਤਾਂ ਆਪਾਂ ਜ਼ਰੂਰ ਕਰਕੇ ਜਾਣਾ ਹੈ क्वेश्चन ਨੂੰ। क्वेश्चन नंबर 2 आ जाता है एक्सप्लेन विद सूटेबल एग्जांपल द डिफरेंट टाइप्स ऑफ फाइलोटैक्सी। देन क्वेश्चन नंबर 3 आ जाता है डिस्क्राइब द वेरियस टाइप्स ऑफ प्लासेंटेशंस फाउंड इन फ्लावरिंग प्लांट्स। ਇਹਦਾ ਇਹਨੂੰ ਜ਼ਰੂਰ ਪੜ੍ਹ ਕੇ ਜਾਇਓ।
ए वाला क्वेश्चन एक थर्ड डिफरेंट डिस्क्राइब द वेरियस टाइप्स ऑफ प्लांटेशंस फाउंड इन फ्लावरिंग प्लांट। फिर एक वाला व्हाट इज फ्लावर, ए तक जरूर पढ़ के जाना। क्वेश्चन नंबर 4 का ਤੁਸੀਂ मार्क कर लो, वेरी वेरी इंपॉर्टेंट क्वेश्चन है ये सोडा चैप्टर 5 ਦਾ, इनको जरूर पढ़ के जाओ। व्हाट इज फ्लावर, डिस्क्राइब द डिफरेंट पार्ट्स ऑफ अ टिपिकल एंगिलोस्पर्म फ्लावर। ठीक है जी। फिर तो व्हाट इज फ्लावर, फिर ਉਹਦੇ ਆਪਾਂ ਪਾਰਟਸ ਕੀ ਦੇ एंगियोस्पर्म फ्लावर ਦੇ ਪਾਰਟਸ ਦੇ ਬਾਰੇ ਆਪਾਂ ਦੱਸਣਾ ਹੈ। ठीक है जी। क्वेश्चन नंबर 5th आ जाता है, डिस्क्राइब द टर्म इनफ्लोरेसीन एक्सप्लेनिंग द बेसिस फॉर डिफरेंट टाइप्स ऑफ इनफ्लोरेसीन इन फ्लावरिंग प्लांट्स। ਤਾਂ ਆਪਾਂ ਇੱਕ ਤਾਂ ਇਨਫਲੋਰੇਸੀਨ ਡਿਫਰੈਂਸ ਦੱਸਣਾ ਹੈਗਾ, ਉਸ ਤੋਂ ਬਾਅਦ ਆਪਾਂ ਇਸ ਦੇ ਬੇਸਿਸ ਤੇ ਡਿਫਰੈਂਟ ਟਾਈਪਸ ਆਫ ਫਲਾਵਰਿੰਗ ਇਨਫਲੋਸ ਜਿਹੜੀ ਫਲਾਵਰਿੰਗ ਦੇ ਵਿੱਚ ਹੁੰਦੀ ਹੈ ਉਹਦੇ ਬਾਰੇ ਆਪਾਂ ਦੱਸਣਾ ਹੈ। ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਸਲਾਈਡ ਦੀ ਤਰਫ। ਥੈਂਕਸ एवरीवन फॉर वाचिंग दिस लेक्चर। बस ਇੱਥੇ ਤੱਕ ਹੀ ਰਹੂਗਾ ਇਹ ਲੈਕਚਰ ਆਪਣਾ। ਤਾਂ ਜੇ ਆਪਾਂ ਇਸ ਲੈਕਚਰ ਦਾ ਮੇਨ ਕਨਕਲੂਜਨ ਕੱਢੀਏ ਤਾਂ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਬਾਇਓਲੋਜੀ ਦੇ ਇੰਪੋਰਟੈਂਟ ਕੁਐਸਚਨ ਦੇ ਕੇ ਪਹਿਲੇ 5 ਚੈਪਟਰਾਂ ਤੋਂ। ਹੁਣ ਮੇਰੀ ਗੱਲ ਸੁਣ ਲਓ ਸਾਰੇ ਜਣੇ ਧਿਆਨ ਨਾਲ, ਸਭ ਨੇ ਆ ਪੰਜੋ ਚੈਪਟਰਾਂ ਦੇ ਇੰਪੋਰਟੈਂਟ ਕੁਐਸਚਨ ਪੜ੍ਹਨੇ ਹੈ, ਸਾਰੇ ਪੜ੍ਹ ਕੇ ਜਾਣੇ ਪੇਪਰ 'ਚ। ਇਹ ਇੰਪੋਰਟੈਂਟ ਕੁਐਸਚਨ ਦੀ ਮੈਂ ਸਾਰੀ ਫੋਟੋਜ਼ ਤੁਹਾਨੂੰ ਟੈਲੀਗ੍ਰਾਮ ਉੱਤੇ ਪ੍ਰੋਵਾਈਡ ਕਰ ਦੂੰਗਾ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਬਾਇਓ 'ਚ ਮਿਲ ਜੂਗਾ ਮੇਰੀ ਡਿਸਕ੍ਰਿਪਸ਼ਨ 'ਚ। ਇੱਕ ਵਾਰ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਤੇ ਆ ਇੰਪੋਰਟੈਂਟ ਕੁਐਸਚਨ ਪੜ੍ਹ ਕੇ ਜਾਣੇ ਪਹਿਲੇ 5 ਚੈਪਟਰਾਂ ਦੇ। ਕੋਈ ਵੀ ਬੱਚਾ ਇਹ ਕਮੈਂਟ ਨਾ ਕਰਿਓ ਕਿ ਸਾਨੂੰ ਤਾਂ ਤੁਸੀਂ ਇਕੱਲੇ ਕੁਐਸਚਨ ਦੱਸਦੇ ਐਕਸਪਲੇਨ ਨਹੀਂ ਕੀਤਾ। ਇਸ ਚੀਜ਼ ਦਾ ਆਨਸਰ ਮੈਂ ਲਾਈਵ ਦੇ ਵਿੱਚ ਆਲਰੇਡੀ ਦੇ ਚੁੱਕਾ। ਫਿਜ਼ਿਕਸ, ਕੈਮਿਸਟਰੀ ਤੇ ਮੈਥ ਇਹ ਤਾਂ ਮੈਂ ਤੁਹਾਨੂੰ ਆਏ ਪੜਾਉਂਗਾ ਇਸ ਇੱਥੇ ਪੂਰਾ ਐਕਸਪਲੇਨ ਕਰ ਕਰਕੇ ਕੱਲੀ ਚੀਜ਼। ਦੂਜੀ ਗੱਲ, ਜੇ ਤੁਸੀਂ ਫਿਜ਼ਿਕਸ 'ਚ ਪੜ੍ਹਨੀ ਹੈ ਜੇ ਤੁਸੀਂ ਫਿਜ਼ਿਕਸ ਸ਼ੁਰੂ ਤੋਂ ਪੜ੍ਹਨੀ ਹੈ 30 ਤਰੀਕ ਤੋਂ ਆਪਣਾ ਇੱਕ ਪਹਿਲਾ ਲੈਕਚਰ ਅਪਲੋਡ ਹੋ ਜਾਊਗਾ ਫਿਜ਼ਿਕਸ ਦਾ ਪਹਿਲੇ ਚੈਪਟਰ ਦਾ। ਹਰ ਇੱਕ ਬੱਚੇ ਨੇ ਉਸ ਨੂੰ ਲਗਾਉਣਾ ਹੈ। ਪੰਜਾਬ ਬੋਰਡ ਦੇ ਹਿਸਾਬ ਨਾਲ ਫਿਜ਼ਿਕਸ ਪੜ੍ਹਾਈ ਜਾਊ ਤੇ ਇਸ ਲੈਵਲ ਤੇ ਪੜ੍ਹਾਈ ਜਾਊਗੀ ਕਿ ਤੁਹਾਨੂੰ ਫਿਜ਼ਿਕਸ ਦਾ ਡਰ ਜਮਾ ਖਤਮ ਹੋ ਜਾਊ। ਪਰ ਸ਼ਰਤ ਆਏ ਹੈ, ਇੱਕ ਤਾਂ ਫਿਜ਼ਿਕਸ ਦੇ ਹਰ ਇੱਕ ਲੈਕਚਰ ਲਗਾਉਣਾ ਹੈ ਤੇ ਧਿਆਨ ਨਾਲ ਲਾਉਣਾ ਤੇ ਨੋਟਸ ਨਾਲ ਬਣਾਉਣੇ ਆ ਫਿਜ਼ਿਕਸ ਦੇ। समझ गए, ताई ਤੁਹਾਨੂੰ ਫਿਜ਼ਿਕਸ ਸੌਖੀ ਲੱਗਣ ਲੱਗੂਗੀ। ਬਹੁਤ ਵਧੀਆ ਫਿਜ਼ਿਕਸ ਪੜ੍ਹਾ ਦੂੰਗਾ ਮੈਂ। ਜੇ ਨਹੀਂ ਭਰੋਸਾ ਜਾ ਕੇ ਮੇਰੇ ਇੰਪੋਰਟੈਂਟ ਕੁਐਸਚਨ ਦੀ ਵੀਡੀਓਜ਼ ਦੇਖ ਲਓ, ਚਾਹੇ ਕੈਮਿਸਟਰੀ ਦੀ ਚੱਕ ਲਓ ਚਾਹੇ ਫਿਜ਼ਿਕਸ ਦੀ ਚੱਕ ਲਓ, ਉਹਨਾਂ ਚੋਂ ਇੰਪੋਰਟੈਂਟ ਕੁਐਸਚਨ ਬਣੇ ਆ ਪੇਪਰ ਵਿੱਚ ਤੇ ਮੈਂ ਬਹੁਤ ਵਧੀਆ ਐਕਸਪਲੇਨ ਕੀਤੇ। ਇੰਨੇ ਸੋਹਣੇ ਬੱਚਿਆਂ ਦੇ ਕਮੈਂਟਸ ਆਉਂਦੇ ਰਹਿੰਦੇ ਕਿ ਤੁਸੀਂ ਬਹੁਤ ਵਧੀਆ ਸਮਝਾ ਰਹੇ ਹੋ ਆਈ, ਤਾਂ ਤੁਸੀਂ ਵੀ ਇੱਕ ਵਾਰ ਜਾ ਕੇ ਜ਼ਰੂਰ ਦੇਖਿਓ। ਹੁਣ ਮੇਨ ਗੱਲ, ਜੇ ਤੁਹਾਨੂੰ ਚਾਹੀਦਾ ਪਾਰਟ 2 ਤਾਂ ਪਾਰਟ 2 ਜਲਦੀ ਬਣੂਗਾ। ਜੇ ਤੁਸੀਂ ਚਾਹੁੰਦੇ ਹੋ ਬਹੁਤ ਜਲਦੀ ਅਪਲੋਡ ਹੋਵੇ ਤਾਂ ਕਮੈਂਟ ਕਰ ਦਿਓ ਪਾਰਟ 2। जिन्ने ज़्यादा जल्दी तो जल्द कमेंट आएंगे पार्ट 2 वास्ते तो मैं ਤੁਹਾਨੂੰ पार्ट 2 ਦੇ ਵੀ इंपॉर्टेंट क्वेश्चन दे दूंगा। मैं एक गल कही सी ਜਿਹੜਾ फिजिक्स है, फिजिक्स ਦਾ ਆਪਣਾ ਪਹਿਲਾ ਲੈਕਚਰ ਲੱਗੂਗਾ 30 ਤਰੀਕ ਨੂੰ। ਠੀਕ ਹੈ। ਤੇ ਦੂਜੀ ਗੱਲ, ਜੇ ਤੁਸੀਂ ਸਾਰੇ ਇੱਕ ਲਾਈਵ ਹੋਊਗੀ ਤੁਹਾਡੇ ਜਿਸ ਦਿਨ ਸਾਰੇ ਬਾਇਓ ਵਾਲੇ ਸਟੂਡੈਂਟਸ ਦਾ ਪੇਪਰ ਖਤਮ ਹੋਊਗਾ ਜੋ ਕਿ ਹੈ 29/2025 ਨੂੰ ਆਪਣੇ ਚੈਨਲ ਉੱਤੇ ਲਾਈਵ ਹੋਊਗੀ। ਉਸ ਲਾਈਵ ਵਿੱਚ ਆਪਾਂ ਡਿਸਕਸ ਕਰਾਂਗੇ ਇੱਕ ਤਾਂ ਬਾਇਓ ਦਾ ਪੇਪਰ, दूसरी गल फिजिक्स के बारे ही आप डिस्कस करांगे कि लैक्चर किवें पाउणा है, किस टाइमिंग ते पाउणा है, किन्ने बच्चे तैयार है फिजिक्स वास्ते, किन्ने नूं किन्ना डर है। जो भी डाउट्स होणगे तुसीं लै सकते हो। लाइव दे विच मैं बहुत चीज़ां होर भी तुहाडे नाल गल्लां बातां करनियां, बहुत शेयर करनियां तुहाडे नाल गल्लां। ਤੁਹਾਡੇ ਆਪਾਂ ਪਿਛਲੀ ਲਾਈਵ ਦੇ ਵਾਂਗ ਗੱਲਾਂ ਬਾਤਾਂ ਵੀ ਕਰਾਂਗੇ, ਬਟ ਮੈਂ ਬਹੁਤ ਜ਼ਿਆਦਾ ਇੰਪੋਰਟੈਂਟ ਗੱਲਾਂ ਦੱਸਣੀਆਂ ਤੁਹਾਨੂੰ ਤਾਂ ਲਾਈਵ ਜ਼ਰੂਰ ਇੱਕ ਵਾਰ ਸਾਰੇ ਜਣੇ ਅਟੈਂਡ ਕਰਨਾ ਹੈ। ਠੀਕ ਹੈ ਜੀ। ਇਹ ਵੀਡੀਓ ਬਸ ਇੱਥੇ ਤੱਕ ਹੀ ਸੀ। ਸਾਰੇ ਜਣਿਆਂ ਨੇ ਆ ਇੰਪੋਰਟੈਂਟ ਕੁਐਸਚਨਸ ਕਰਨੇ ਹੈ, ਸਭ ਨੇ ਬੈਠ ਕੇ ਕਰਨੇ ਹੈ। ਠੀਕ ਹੈ। ਤੁਹਾਡੇ ਸਭ ਕੁਝ ਸੋਲੂਸ਼ਨਸ ਹੋਣਗੇ ਆਈ ਹੋਪ। ਤੇ ਵਧੀਆ ਆ ਪਹਿਲੇ 5 ਚੈਪਟਰਾਂ ਦੇ ਕੁਐਸਚਨ ਕਰ ਲਓ। ਪਾਰਟ 2 ਕੱਲ ਆ ਜਾਊਗਾ ਤੇ ਆਈ ਬਣੇ ਰਹੋ ਤੇ ਸਬਸਕ੍ਰਾਈਬ ਕਰ ਲਓ PSCB ਐਮੀਨੈਂਸ ਹੱਬ ਨੂੰ। ਥੈਂਕਸ एवरीवन फॉर वाचिंग दिस वीडियो।